ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਵੈਲਕਮ ਟੂ ਚੇਤਨ ਭਾਰਤ ਲਰਨਿੰਗ। ਕੰਪੀਟੀਟਿਵ ਐਗਜ਼ਾਮਸ ਵਿੱਚ ਰੀਡਿੰਗ ਕੰਪਰੀਹੈਂਸ਼ਨ ਇੱਕ ਇਸ ਤਰ੍ਹਾਂ ਦਾ ਏਰੀਆ ਹੈ ਜਿੱਥੇ 5 ਤੋਂ 6 ਕੁਐਸਚਨਸ ਤੁਹਾਡੇ ਕੋਲ ਹੁੰਦੇ ਹਨ ਤੇ ਜੇ ਉਹ ਤੁਸੀਂ ਕੁਐਸਚਨਸ ਕਰੈਕਟਲੀ ਸੋਲਵ ਕਰਤੇ ਤੇ ਉਹ ਮਾਰਕਸ ਤੁਹਾਡੇ ਤੋਂ ਕੋਈ ਨਹੀਂ ਲੈ ਸਕਦਾ। ਬਟ ਕਦੀ-ਕਦੀ ਅਸੀਂ ਕੀ ਚੈਲੰਜ ਫੇਸ ਕਰਦੇ ਹਾਂ ਕਿ ਕੰਪਰੀਹੈਂਸ਼ਨ ਸੋਲਵ ਕਰਨ 'ਚ ਜਿਹੜੇ ਪੈਰਾਗ੍ਰਾਫ ਆਏ ਹੁੰਦੇ ਹਨ ਉਹਨਾਂ ਨੂੰ ਪੜ੍ਹ ਕੇ ਫਿਰ ਕੁਐਸਚਨ ਸੋਲਵ ਕਰਨ 'ਚ ਸਾਡਾ ਕਾਫੀ ਟਾਈਮ ਵੇਸਟ ਹੋ ਜਾਂਦਾ ਹੈ, ਜਿਸ ਕਰਕੇ ਬਾਕੀ ਕੁਐਸਚਨਸ ਨੂੰ ਅਸੀਂ ਘੱਟ ਟਾਈਮ ਦੇ ਸਕਦੇ ਹਾਂ। ਸੋ ਅੱਜ ਇਸ ਸੈਸ਼ਨ ਵਿੱਚ ਅਸੀਂ ਥੋੜ੍ਹੇ ਜਿਹੇ ਟਿਪਸ ਐਂਡ ਟ੍ਰਿਕਸ, ਡੂਜ਼ ਐਂਡ ਡੋਂਟਸ ਵੇਖਾਂਗੇ ਜਿਸ ਨਾਲ ਅਸੀਂ ਰੀਡਿੰਗ ਕੰਪਰੀਹੈਂਸ਼ਨ ਦੇ ਜਿਹੜੇ ਕੁਐਸਚਨਸ ਹੁੰਦੇ ਹਨ ਉਹ ਇਫੈਕਟਿਵਲੀ ਸੋਲਵ ਕਰ ਲਈਏ। ਹੁਣ ਇਸ ਚੀਜ਼ ਵਿੱਚ ਸਾਨੂੰ ਕਲੀਅਰ ਹੋਣਾ ਚਾਹੀਦਾ ਹੈ ਕਿ ਅਸੀਂ ਜੋ ਵੀ ਇਹ ਰੀਡਿੰਗ ਕੰਪਰੀਹੈਂਸ਼ਨ ਸਾਨੂੰ ਮਿਲਿਆ, ਕੋਈ ਵੀ ਨਿਊਜ਼ਪੇਪਰ ਆਰਟੀਕਲ ਹੋ ਸਕਦਾ ਹੈ, ਕੋਈ ਸਟੋਰੀ ਹੋ ਸਕਦੀ ਹੈ, ਉਹ ਅਸੀਂ ਐਜ਼ ਅ ਹੌਬੀ ਨਹੀਂ ਪੜ੍ਹ ਰਹੇ, ਅਸੀਂ ਇੰਜੋਏ ਕਰਨ ਲਈ ਨਹੀਂ ਪੜ੍ਹ ਰਹੇ। ਸਾਡਾ ਪਰਪਸ ਕੀ ਹੈ ਕਿ ਅਸੀਂ ਸਿਰਫ ਉਸ ਤੋਂ ਬਾਅਦ ਜਿਹੜੇ ਕੁਐਸਚਨ ਆਨਸਰਸ ਆਏ ਹੋਏ ਹਨ ਉਹ ਸੋਲਵ ਕਰਕੇ ਅੱਗੇ ਵਧਣਾ ਹੈ। ਸੋ ਦ ਫਸਟ ਡੋਂਟ ਇਜ਼ ਡੂ ਨਾਟ ਰੀਡ ਦ ਪੈਸੇਜ ਫਸਟ, ਕਿਉਂਕਿ ਕੀ ਹੋਏਗਾ, ਅਸੀਂ ਪਹਿਲਾਂ ਪੈਰਾਗ੍ਰਾਫ ਪੜ੍ਹਾਂਗੇ, ਫਿਰ ਕੁਐਸਚਨ ਤੇ ਜਾਵਾਂਗੇ, ਕੁਐਸਚਨ ਪੜ੍ਹਾਂਗੇ, ਫਿਰ ਵਾਪਸ ਪੈਰਾਗ੍ਰਾਫ ਤੇ ਆ ਕੇ ਉਸ ਦਾ ਆਨਸਰ ਲੱਭਾਂਗੇ। ਇਸ ਨਾਲ ਸਾਡਾ ਕਾਫੀ ਟਾਈਮ ਵੇਸਟ ਹੋ ਸਕਦਾ ਹੈ। ਸੋ ਲੈਟਸ ਟੇਕ ਐਨ ਐਗਜ਼ਾਮਪਲ। ਮੇਰੇ ਕੋਲ ਇਹ ਕੁਐਸਚਨ ਹੈ, ਹੂ ਵਰ ਫਾਇਰ ਐਂਡ ਫਿਊਰੀ ਇਨ ਅਮਰੀਕਾ? ਦ ਟ੍ਰੇਡਰਸ, ਦ ਪਬਲਿਕ ਐਂਡ ਪ੍ਰੈਸ, ਹਾਊਸ ਆਫ ਲॉर्ड्स ਔਰ ਨੋਬਲਸ। ਹੁਣ ਇਸ ਵਿੱਚ ਨਾ ਕੁਐਸਚਨ ਵਿੱਚ ਤੁਹਾਨੂੰ ਕੀਵਰਡ ਇੱਕ ਦਿੱਤਾ ਹੁੰਦਾ ਹੈ ਜਿਸ ਦੇ ਅਰਾਊਂਡ ਤੁਹਾਨੂੰ ਆਨਸਰ ਮਿਲਦਾ ਹੈ ਇਨ ਯੋਰ ਪੈਰਾਗ੍ਰਾਫ। ਸੋ ਓਵਰ ਹੀਅਰ ਦ ਕੀਵਰਡ ਇਜ਼ ਫਾਇਰ ਐਂਡ ਫਿਊਰੀ ਐਂਡ ਕੀ ਪੁੱਛਿਆ ਗਿਆ ਹੈ? ਹੂ। ਸੋ ਯੂ ਹੈਵ ਟੂ ਟੇਕ ਕੇਅਰ ਆਫ ਦ 5 W's ਐਂਡ H, ਜੋ ਕਿ ਹੈ ਹੂ, what, where, when and how. So who were fire and fury in America? Now I will go back to my paragraph and I will just find the word fire and fury. ਹੁਣ ਜੇ ਮੈਂ ਪੂਰਾ ਸਾਰਾ ਪੈਰਾਗ੍ਰਾਫ ਪੜ੍ਹਾ ਵੀ ਨਾ, ਸਿਰਫ ਇੱਕ ਨਜ਼ਰ ਮਾਰਾਂ ਤੇ ਮੈਨੂੰ ਫਰਸਟ ਸੈਂਟੈਂਸ ਵਿੱਚ ਹੀ ਫਾਇਰ ਐਂਡ ਫਿਊਰੀ ਵਰਡ ਦਿਸ ਰਿਹਾ ਹੈ ਤੇ ਇਸ ਦੇ ਅਰਾਊਂਡ ਜਿਵੇਂ ਪੂਰਾ ਸੈਂਟੈਂਸ ਪੜ੍ਹ ਲਾ ਤਾਂ ਲਿਖਿਆ ਹੋਇਆ ਹੈ ਦ ਪ੍ਰੈਸ ਐਂਡ ਦ ਪਬਲਿਕ ਵਰ ਆਲ ਫਾਇਰ ਐਂਡ ਫਿਊਰੀ। ਸੋ ਮਾਈ ਫਰਸਟ ਕੁਐਸਚਨ ਇਜ਼ ਡਨ। ਮੈਨੂੰ ਪੂਰਾ ਪੈਰਾਗ੍ਰਾਫ ਪੜ੍ਹਨ ਦੀ ਲੋੜ ਹੀ ਨਹੀਂ ਪਈ। So what is the answer? The public and the press. ਹੁਣ keywords ਨੂੰ ਪੈਰਾਗ੍ਰਾਫ 'ਚ ਆਈਡੈਂਟੀਫਾਈ ਕਰਨ ਲਈ ਵੀ there's a skill, there's a concept called skim and scan. That is skimming and scanning. ਹੁਣ ਇਹ ਚੀਜ਼ਾਂ ਹੈ ਕਿ ਉਹ ਅੱਗੇ ਵੇਖ ਲੈਂਦੇ ਆ। ਸੋ ਦ ਫਰਸਟ ਵਨ, ਸਕਿਮਿੰਗ। ਵਟ ਡਜ਼ ਦੈਟ ਮੀਨ? ਇਟ ਮੀਨਸ ਕਿ ਤੁਸੀਂ ਉੱਤੋਂ ਸਿਰਫ ਨਜ਼ਰ ਮਾਰ ਰਹੇ ਹੋ ਆਪਣੇ ਪੈਰਾਗ੍ਰਾਫ ਤੇ ਵੇਖ ਰਹੇ ਹੋ ਕਿ ਇਹ ਪੈਰਾਗ੍ਰਾਫ ਕਿਸ ਚੀਜ਼ ਦੇ ਬਾਰੇ ਵਿੱਚ ਹੈ। ਸਕਿਮਿੰਗ ਜਿਹੜੀ ਟੈਕਨੀਕ ਹੈ ਇਹ ਤੁਹਾਨੂੰ ਕਿਸੇ ਸਟੋਰੀ ਜਾਂ ਕਿਸੇ ਪੈਰਾਗ੍ਰਾਫ ਦਾ ਟਾਈਟਲ ਆਈਡੈਂਟੀਫਾਈ ਕਰਨ 'ਚ ਬਹੁਤ ਹੈਲਪ ਕਰਦੀ ਹੈ ਜਾਂ ਫਿਰ ਮੇਨ ਆਈਡੀਆ ਕਿ ਉਹ ਪੈਰਾਗ੍ਰਾਫ ਕਿਸ ਬਾਰੇ 'ਚ ਗੱਲ ਕਰ ਰਿਹਾ ਹੈ। ਹੁਣ ਜੇ ਅਸੀਂ ਇੱਥੇ ਸਕਿਮਿੰਗ ਕਰੀਏ, ਜੇ ਮੈਂ ਫਰਸਟ ਪੈਰਾਗ੍ਰਾਫ ਨੂੰ ਉੱਤੋਂ ਨਜ਼ਰ ਮਾਰਾਂ, ਮੈਨੂੰ ਪਤਾ ਲੱਗ ਰਿਹਾ ਹੈ ਇਹ ਆਰਟੀਕਲ ਕਿਸੇ ਪ੍ਰੈਸ ਜਾਂ ਪਬਲਿਕ ਤੋਂ ਰਿਲੇਟਡ ਹੈ, ਕਿਸੇ ਮੈਨੂਫੈਕਚਰਰ ਨਾਲ ਰਿਲੇਟਡ ਹੈ ਜਿਸ ਵਿੱਚ ਕਿਸੇ ਕੈਮੀਕਲ ਦੀ ਗੱਲ ਕੀਤੀ ਗਈ ਹੈ। ਉੱਤੋਂ ਜਿਵੇਂ ਵੇਖਾਂ ਦੇयर ਇਜ਼ ਅ ਵਰਡ ਮਰਡਰ, ਡੇਂਜਰਸ ਆਇਲ। ਸੋ ਆਈ ਕੈਨ ਗੈਸ ਔਰ ਇਨਫਰ ਕਿ ਇੱਥੇ ਕੋਈ ਡੇਂਜਰਸ ਕੈਮੀਕਲ ਜਾਂ ਆਇਲ ਦੀ ਗੱਲ ਹੋ ਰਹੀ ਹੈ। ਹੁਣ ਇਸ ਤੋਂ ਰਿਲੇਟਡ ਇੱਕ ਕੁਐਸਚਨ ਤੇ ਜਾਂਦੇ ਹਾਂ। ਹੁਣ ਮੇਰੇ ਕੋਲ ਕੁਐਸਚਨ ਹੈ, ਦ ਡੇਂਜਰਸ ਆਇਲ ਰੈਫਰ ਟੂ ਹੀਅਰ ਇਜ਼। ਹੁਣ ਇੱਥੇ ਕੀਵਰਡ ਕੀ ਆ ਗਿਆ? ਦ ਡੇਂਜਰਸ ਆਇਲ। ਪੈਟਰੋਲ, ਕੈਰੋਸੀਨ, ਨਾਈਟ੍ਰੋਗਲਿਸਰੀਨ ਜਾਂ ਡੀਜ਼ਲ। ਹੁਣ ਜੇ ਮੈਂ ਪਿੱਛੇ ਜਾਵਾਂ, ਮੈਂ ਸਕਿਮਿੰਗ ਕਰ ਲਈ ਸੀ, ਮੈਨੂੰ ਪਤਾ ਸੀ ਕਿਹੜੇ ਪੈਰਾਗ੍ਰਾਫ ਵਿੱਚ ਕੀ ਉੱਤੋਂ ਦਿੱਤਾ ਹੋਇਆ ਹੈ। ਹੁਣ ਜੇ ਮੈਂ ਪਿੱਛੇ ਜਾਵਾਂ, ਮੈਂ ਹੁਣ ਕਰਾਂਗੀ ਸਕੈਨਿੰਗ। ਨਾਓ ਵਾਟ ਡਜ਼ ਸਕੈਨਿੰਗ ਮੀਨ? ਸਕੈਨਿੰਗ ਮੀਨਸ ਕਿ ਤੁਸੀਂ ਉਸ ਕੀਵਰਡ ਦੇ ਅਰਾਊਂਡ ਪੂਰੀ ਜਿਹੜੀ ਡਿਟੇਲਸ, ਨਿਟੀ-ਗ੍ਰਿਟੀਜ਼ ਹੈ ਉਹ ਪੜ੍ਹ ਕੇ ਆਪਣੇ ਆਨਸਰ ਤੇ ਆ ਰਹੇ ਹੋ। ਸੋ ਆਈ ਨੋ ਦੈਟ ਕਿਸੇ ਡੇਂਜਰਸ ਆਇਲ ਦੀ ਗੱਲ ਕੀਤੀ ਗਈ ਸੀ ਐਂਡ ਜਦੋਂ ਮੈਂ ਸਕਿਮ ਕਰ ਰਹੀ ਸੀ ਮੈਂ ਆਲਰੇਡੀ ਇਹ ਡੇਂਜਰਸ ਆਇਲ ਵਰਡ ਇੱਥੇ ਪੜ੍ਹ ਲਿਆ ਸੀ। ਸੋ ਆਈ ਕੈਨ ਜਸਟ ਰੀਡ ਅਰਾਊਂਡ ਦਿਸ ਵਰਡ ਐਂਡ ਫਾਈਂਡ ਮਾਈ ਆਨਸਰ। ਲੈਟਸ ਸੀ। ਨਾਈਟ੍ਰੋਗਲਿਸਰੀਨ, ਨਾਈਟ੍ਰੋਗਲਿਸਰੀਨ। ਇੱਥੇ ਨਾ ਕਿਤੇ ਡੀਜ਼ਲ ਦੀ ਗੱਲ ਹੋ ਰਹੀ ਹੈ, ਨਾ ਪੈਟਰੋਲ ਦੀ ਗੱਲ ਹੋ ਰਹੀ ਹੈ ਤੇ ਨਾ ਹੀ ਕੈਰੋਸੀਨ ਦੀ ਗੱਲ ਹੋ ਰਹੀ ਹੈ। ਸੋ ਵਾਟ ਇਜ਼ ਮਾਈ ਆਨਸਰ? ਮਾਈ ਆਨਸਰ ਇਜ਼ ਸੀ, ਨਾਈਟ੍ਰੋਗਲਿਸਰੀਨ। Do not use your own judgment. Stick to the facts given in the passage only. Sometimes what happens ਕਿ ਅਸੀਂ ਜਦੋਂ ਇਹਨਾਂ ਐਗਜ਼ਾਮਸ ਦੀ ਤਿਆਰੀ ਕਰ ਰਹੇ ਹੁੰਦੇ ਹਾਂ, ਅਸੀਂ ਬਹੁਤ ਕੁਝ ਪੜ੍ਹਿਆ ਹੁੰਦਾ ਹੈ ਨਿਊਜ਼ਪੇਪਰ 'ਚ, ਕਰੰਟ ਅਫੇਅਰਸ 'ਚ, ਆਪਣੇ ਨੋਟਸ ਵਿੱਚ, ਆਪਣੀ ਬੁੱਕਸ ਵਿੱਚ। ਸੋ ਸਾਨੂੰ ਬਹੁਤ ਜ਼ਿਆਦਾ ਨੌਲੇਜ ਇਕੱਠੀ ਹੋਈ ਹੁੰਦੀ ਹੈ ਸਾਡੇ ਕੋਲ।
ਬਟ ਜਿਹੜਾ ਇਹ ਪੈਰਾਗ੍ਰਾਫ ਆਉਂਦਾ ਹੈ ਕਦੀ ਕਦੀ ਤਾਂ ਇਹ ਬਹੁਤ ਨੋਨ ਚੀਜ਼ਾਂ ਤੇ ਆ ਜਾਂਦਾ ਹੈ। ਫੋਰ ਐਗਜ਼ਾਮਪਲ ਲੈਟਸ ਸੇ ਇਨਵਾਇਰਨਮੈਂਟ ਰਿਲੇਟਡ ਕੋਈ ਪੈਰਾਗ੍ਰਾਫ ਆ ਗਿਆ ਓਜ਼ੋਨ ਡਿਪਲੀਸ਼ਨ ਦੇ ਬਾਰੇ ਵਿੱਚ ਜਾਂ ਓਜ਼ੋਨ ਲੇਅਰ ਦੇ ਬਾਰੇ ਵਿੱਚ। ਹੁਣ ਅਸੀਂ ਆਪਣੀ ਇਨਵਾਇਰਨਮੈਂਟ ਜੀਓਗ੍ਰਾਫੀ ਮੋਡਿਊਲ ਵਿੱਚ ਇਹ ਪੜ੍ਹਿਆ ਹੁੰਦਾ ਹੈ। ਸੋ ਸਮਟਾਈਮਸ ਵਾਟ ਹੈਪਨਸ ਕਿ ਜਿਹੜੇ ਕੁਐਸਚਨ ਪੁੱਛੇ ਹੁੰਦੇ ਹਨ ਉਹਨਾਂ ਦੀ ਜਿਹੜੀ ਆਪਸ਼ਨਸ ਨੇ ਉਹ ਸਾਨੂੰ ਸਾਰੀਆਂ ਹੀ ਸਹੀ ਲੱਗ ਰਹੀਆਂ ਹੁੰਦੀਆਂ ਨੇ, ਕਿਉਂਕਿ ਉਹਨਾਂ ਨੇ ਬਹੁਤ ਟ੍ਰਿਕੀ ਕਾਈਂਡ ਆਫ ਕੁਐਸਚਨਸ ਪਾਏ ਹੁੰਦੇ ਹਨ, ਕਿਉਂਕਿ ਅਸੀਂ ਉਹ ਚੀਜ਼ਾਂ ਪੜ੍ਹੀਆਂ ਵੀ ਹੁੰਦੀਆਂ ਹਨ। But what you have to do in reading comprehension is stick to the facts given in the passage only. ਇਹ ਚੀਜ਼ ਧਿਆਨ ਰੱਖੋ, ਜਦ ਤੱਕ ਉਹਨਾਂ ਨੇ ਤੁਹਾਨੂੰ ਇਹ ਨਹੀਂ ਪੁੱਛਿਆ ਕਿ what do you infer from the story or what do you infer from this paragraph that was given to you, ਤਦ ਤੱਕ ਤੁਸੀਂ ਆਪਣੀ ਜੱਜਮੈਂਟ ਉੱਥੇ ਨਹੀਂ ਲਾਣੀ। ਤੁਸੀਂ ਜੋ ਫੈਕਟਸ ਐਂਡ ਫਿਗਰਸ ਉਸ ਪੈਰਾਗ੍ਰਾਫ ਵਿੱਚ ਉਸ ਆਰਟੀਕਲ ਵਿੱਚ ਦਿੱਤੇ ਹੋਏ ਹਨ ਉਹੀ ਫੋਲੋ ਕਰਨੇ ਹਨ। Moving on, do not leave the question unattempted. Make use of contextual clues. So if there is not much negative marking or no negative marking at all, we would suggest कि ਤੁਸੀਂ ਸਾਰੇ ਦੇ ਸਾਰੇ questions attempt ਕਰਕੇ ਆਓ। ਹੁਣ ਕਈ ਨਾ ਕਾਫੀ tricky questions ਹੋ ਜਾਂਦੇ ਹਨ ਜਿਸ ਵਿੱਚ word meaning ਜਾਂ opposite words ਪੁੱਛੇ ਹੁੰਦੇ ਹਨ, ਜਿਹੜੇ ਵੀ ਕੋਈ ਵੀ article ਵਿੱਚ ਕੋਈ difficult ਜਿਹਾ word ਆਉਂਦਾ ਹੋਏ। ਹੁਣ ਅਸੀਂ dictionary ਤਾਂ ਹੈ ਨਹੀਂ ਕਿ ਸਾਨੂੰ ਸਾਰੇ words ਦੇ meaning ਪਤਾ ਹੋਣ। So what to do in that sense? You have to make use of contextual clues. ਹੁਣ contextual clues ਹੁੰਦਾ ਕੀ ਹੈ ਕਿ ਉਸ word ਦੇ ਆਸ-ਪਾਸ ਜੋ ਵੀ sentences ਜਾਂ ਉਸ sentence ਦੇ ਅੰਦਰ ਜਿਹੜਾ word use ਹੋ ਰਿਹਾ ਹੈ ਉਹਦਾ ਮਤਲਬ ਸਾਨੂੰ overall ਪਤਾ ਲੱਗ ਜਾਂਦਾ ਹੈ ਜਦੋਂ ਅਸੀਂ ਉਹ sentence ਪੜ੍ਹਦੇ ਹਾਂ। ਇੱਕ ਐਗਜ਼ਾਮਪਲ ਦੇ ਰਾਹੀਂ ਵੇਖ ਲੈਂਦੇ ਹਾਂ। ਸਾਡੇ ਕੋਲ ਇੱਥੇ ਹੈ identify the word closest in meaning to the word versatile. ਹੁਣ let's say ਮੈਨੂੰ versatile ਮਤਲਬ ਹੀ ਨਹੀਂ ਪਤਾ ਕਿ ਇਸ word ਦਾ ਮਤਲਬ ਕੀ ਹੈ। ਮੇਰੇ ਕੋਲ options ਦਿੱਤੀਆਂ ਹੋਈਆਂ ਹਨ limited, resourceful, permanent, invariable. Now here also you see ਕਿ ਤੁਸੀਂ ਕੀ ਕਰ ਸਕਦੇ ਸੀ, ਸਭ ਤੋਂ ਪਹਿਲਾਂ ਕੁਐਸਚਨ ਹੀ ਪੜ੍ਹ ਲਓ, ਤੁਹਾਨੂੰ ਪਤਾ ਤੁਸੀਂ ਕਿਹੜਾ ਵਰਡ ਲੱਭਣਾ ਇੱਥੇ versatile। ਸੋ ਤੁਸੀਂ ਕੀ ਕਰੋਗੇ, ਸਕਿਮਿੰਗ। ਤੁਸੀਂ ਸਕਿਮਿੰਗ ਕਰਕੇ ਸਿਰਫ ਦੇਖ ਲੈਣਾ ਹੈ ਕਿ ਇੱਥੇ versatile ਵਰਡ ਕਿੱਥੇ ਯੂਜ਼ਡ ਹੈ। ਸੋ here we go। ਹੁਣ ਮੈਨੂੰ ਸਿਰਫ ਇਹ ਸੈਂਟੈਂਸ ਜਾਂ ਇਸ ਦੇ ਉੱਤੇ ਵਾਲਾ ਜਾਂ ਥੱਲੇ ਵਾਲਾ ਸੈਂਟੈਂਸ ਹੀ ਪੜ੍ਹਨਾ ਹੈ ਤੇ ਮੇਰੇ ਕੋਲ ਇਸ ਦਾ ਆਨਸਰ ਆ ਜਾਏਗਾ। ਲੈਟਸ ਸੀ। Electricity has been a clean and versatile form of energy that continues to grow more in future than the average trend in the past. So ਇਹ ਪੜ੍ਹ ਕੇ ਮੈਨੂੰ ਇਹ ਪਤਾ ਲੱਗ ਰਿਹਾ ਹੈ ਕਿ ਇਸ ਵਰਡ ਦਾ ਮਤਲਬ ਸ਼ਾਇਦ ਇਹ ਹੋ ਸਕਦਾ ਹੈ ਕਿ ਜੋ ਚੀਜ਼ ਬਹੁਤ ਯੂਜ਼ਫੁਲ ਹੈ, ਬਹੁਤ ਕੰਮ ਆਉਣ ਵਾਲੀ ਕੋਈ ਚੀਜ਼ ਹੈ। ਜਿੱਥੇ ਇੱਥੇ ਇਲੈਕਟ੍ਰਿਸਿਟੀ ਦੀ ਗੱਲ ਕੀਤੀ ਜਾ ਰਹੀ ਹੈ, ਇਲੈਕਟ੍ਰਿਸਿਟੀ ਹੈਜ਼ ਬੀਨ ਅ ਕਲੀਨ ਐਂਡ ਵਰਸਟਾਈਲ ਫਾਰਮ ਆਫ એનર્ਜੀ ਦੈਟ ਕੰਟੀਨਿਊਸ ਟੂ ਗਰੋ। ਸੋ ਉਹ ਬੈਨੀਫਿਟਸ ਦਿੰਦੀ ਜਾ ਰਹੀ ਹੈ ਇਨ ਦ ਫਿਊਚਰ। ਤੇ ਜੇ ਮੈਂ ਆਪਸ਼ਨਸ ਨੂੰ ਵੇਖਾਂ, ਲਿਮਿਟਿਡ, ਰਿਸੋਰਸਫੁਲ, ਪਰਮਾਨੈਂਟ, ਇਨਵੇਰੀਏਬਲ। ਹੁਣ ਇੱਥੇ ਯੂਜ਼ਫੁਲ ਦੇ ਆਸ-ਪਾਸ ਦਾ ਕਿਹੜਾ ਵਰਡ ਹੈ, ਰਿਸੋਰਸਫੁਲ, ਕਿ ਇਹ ਬਹੁਤ ਹੀ ਲਾਭਦਾਇਕ ਚੀਜ਼ ਹੈ, ਬਹੁਤ ਹੀ ਯੂਜ਼ਫੁਲ ਚੀਜ਼ ਹੈ। ਨੈਕਸਟ ਸਾਡੇ ਕੋਲ ਆ ਜਾਂਦਾ ਹੈ ਮੇਨ ਆਈਡੀਆ। ਨਾਓ ਵਾਟ ਡਸ ਮੇਨ ਆਈਡੀਆ ਮੀਨ? ਮੇਨ ਆਈਡੀਆ ਦਾ ਮਤਲਬ ਹੁੰਦਾ ਹੈ ਕੋਈ ਵੀ ਤੁਹਾਡੇ ਕੋਲ ਆਰਟੀਕਲ ਜਾਂ ਪੈਰਾਗ੍ਰਾਫ ਦਿੱਤਾ ਹੋਇਆ ਹੈ ਉਹ ਮੇਨਲੀ ਕਿਸ ਚੀਜ਼ ਦੇ ਬਾਰੇ 'ਚ ਗੱਲ ਕਰ ਰਿਹਾ ਹੈ। ਜਿਵੇਂ ਜੇ ਇਨਵਾਇਰਨਮੈਂਟ ਦਾ ਮੈਂ ਪਿੱਛੇ ਐਗਜ਼ਾਮਪਲ ਦਿੱਤਾ ਸੀਗਾ, ਓਜ਼ੋਨ ਲੇਅਰ ਤੋਂ ਰਿਲੇਟਡ ਆਇਆ, ਓਜ਼ੋਨ ਡਿਪਲੀਸ਼ਨ ਤੋਂ ਰਿਲੇਟਡ ਕੋਈ ਆਰਟੀਕਲ ਆਇਆ ਤੇ ਉਸਦਾ ਮੇਨ ਆਈਡੀਆ ਕੀ ਹੋਏਗਾ, ਓਜ਼ੋਨ ਡਿਪਲੀਸ਼ਨ। ਸੋ ਸਾਡੇ ਕੋਲ ਕੀ ਆਪਸ਼ਨ ਹੁੰਦਾ ਹੈ, ਇੱਕ ਤਾਂ ਹੋ ਗਿਆ ਕਿ ਤੁਸੀਂ ਬਹਿ ਕੇ ਪੂਰਾ ਦਾ ਪੂਰਾ ਪੈਰਾਗ੍ਰਾਫ ਪੜ੍ਹੋ ਤੇ ਤੁਸੀਂ ਡਿਸਾਈਡ ਕਰੋ ਕਿ ਮੇਨ ਆਈਡੀਆ ਕੀ ਹੈ। ਅਦਰਵਾਈਜ਼ ਯੂਜੂਅਲੀ, ਆਈ ਐਮ ਨੋਟ ਸੇਇੰਗ ਆਲ ਦ ਟਾਈਮਸ, ਬਟ ਯੂਜੂਅਲੀ ਆਰਟੀਕਲ ਦੇ ਫਰਸਟ ਪੈਰਾਗ੍ਰਾਫ ਤੇ ਲਾਸਟ ਪੈਰਾਗ੍ਰਾਫ ਉਸ ਵਿੱਚ ਤੁਹਾਨੂੰ ਮੇਨ ਆਈਡੀਆ ਦੇ ਬਾਰੇ 'ਚ ਪਤਾ ਚੱਲ ਜਾਂਦਾ ਹੈ। ਜਿਵੇਂ ਕਿ ਹੁਣ ਮੇਰੇ ਕੋਲ ਇੱਕ ਕਿੰਨਾ ਵੱਡਾ ਪੈਰਾਗ੍ਰਾਫ ਹੈ, ਬਟ ਜੇ ਮੈਂ ਸਿਰਫ ਫਰਸਟ ਪੈਰਾਗ੍ਰਾਫ ਨੂੰ ਸਕੈਨ ਕਰਾਂ ਤੇ ਲਾਸਟ ਪੈਰਾਗ੍ਰਾਫ ਨੂੰ ਸਕੈਨ ਕਰਾਂ, ਲੈਟਸ ਸੀ ਕਿ ਮੇਰੇ ਕੋਲ ਆਨਸਰ ਆਂਦਾ ਹੈ ਜਾਂ ਨਹੀਂ ਆਂਦਾ। ਫਰਸਟ ਪੈਰਾਗ੍ਰਾਫ, ਦ ਰੀਜ਼ਨ ਬਿਜ਼ਨਸ ਇਨ ਅਮਰੀਕਾ ਵਾਜ਼ ਬੋਰਨ ਬਾਈ ਐਕਸੀਡੈਂਟ, ਇਟ ਹੈਪਨਡ in 1873 in the San Joaquin Valley of California. Many farmers raised grapes in this valley. That year, just before the grape harvest, there was a heat wave. It was one of the worst heat waves ever known. It was so hot that the grapes dried on the vines. When they were picked, California had its first raisin crop. A first paragraph है, ਹੁਣ last paragraph. The raisins are rolled up in paper on which they have dried. Trucks take them from the fields. They are poured into big boxes called sweat boxes. They are emptied onto a conveyor belt that shakes the raisins gently. This knocks them from their stems. A blast of air whisks the stems away. The water bath is next. Then the plump brown raisins have a last inspection. They are again checked for moisture and sugar. ਹੁਣ ਮੈਨੂੰ ਪਤਾ ਹੈ ਕਿ ਮੈਕਸਿਮਮ ਚੀਜ਼ਾਂ ਕੀ ਗੱਲ ਹੋ ਰਹੀ ਹੈ ਇਸ ਬਾਰੇ,
The process of raisin development requires multiple steps. Because ਹੋਰ ਕਿਤੇ ਵੀ ਕ੍ਰੀਏਸ਼ਨ ਆਫ ਰੇਜ਼ਨਸ ਇਨ ਅਮਰੀਕਾ ਵਾਸ ਐਨ ਐਕਸੀਡੈਂਟ ਦੀ ਤਾਂ ਗੱਲ ਹੋ ਹੀ ਨਹੀਂ ਰਹੀ, ਇਹ ਤਾਂ ਇਹਨਾਂ ਨੇ ਬਸ ਸਟਾਰਟਿੰਗ ਵਿੱਚ ਦੱਸਤਾ। ਜੇ ਅਸੀਂ ਸਕਿਮ ਕਰੀਏ ਆਪਣੇ ਆਰਟੀਕਲ ਨੂੰ ਤਾਂ ਅਸੀਂ ਥੋੜ੍ਹੇ ਹੋਰ ਸ਼ੋਰ ਹੋ ਸਕਦੇ ਹਾਂ। ਲੈਟਸ ਸੀ, ਹੁਣ ਮੈਂ ਇੱਥੇ ਨਜ਼ਰ ਮਾਰ ਰਹੀ ਹਾਂ, ਮੈਨੂੰ ਪਤਾ ਚੱਲ ਰਿਹਾ ਹੈ ਦੇ ਆਰ ਟੈਸਟਡ often, the growers wait, they know the grapes are ripe enough, they pick the grapes by hand। So everywhere what is being talked about ਕਿ process ਕੀ ਹੈ grapes ਤੇ ਜਿਹੜਾ raisins ਹੈ ਉਹਨਾਂ ਨੂੰ ਬਣਾਉਣ ਦਾ। ਸੋ ਆਈ ਹੋਪ ਇਹ ਥੋੜ੍ਹੇ ਜਿਹੇ ਟਿਪਸ ਐਂਡ ਟ੍ਰਿਕਸ ਤੁਹਾਨੂੰ ਹੈਲਪ ਕਰਨਗੇ ਤੁਹਾਡੇ ਆਉਣ ਵਾਲੇ ਐਗਜ਼ਾਮ ਵਿੱਚ। ਡੂ ਟਰਾਈ ਦਿਸ ਆਊਟ, ਟੇਕ ਐਨ ਆਰਟੀਕਲ ਫਰੋਮ ਮੇਬੀ ਪ੍ਰੀਵੀਅਸ ਈਅਰ ਕੁਐਸਚਨ, ਜਾਂ ਤੁਹਾਡੇ ਕੋਲ ਕੋਈ ਵੀ ਕਿਤਾਬ ਹੋਏਗੀ ਉਸ ਵਿੱਚੋਂ ਆਪਣੀ ਇੰਗਲਿਸ਼ ਰੀਡਿੰਗ ਕੰਪਰੀਹੈਂਸ਼ਨ ਜ਼ਰੂਰ ਪ੍ਰੈਕਟਿਸ ਕਰੋ। ਯੂਜ਼ ਦ ਟੈਕਨੀਕ ਆਫ ਸਕਿਮਿੰਗ, ਸਕੈਨਿੰਗ। ਉਸ ਤੋਂ ਬਾਅਦ ਪਹਿਲਾਂ ਕੁਐਸਚਨਸ ਪੜ੍ਹੋ, ਫਿਰ ਸਟੋਰੀ ਵਿੱਚ ਜਾ ਕੇ, ਆਰਟੀਕਲ ਵਿੱਚ ਜਾ ਕੇ ਆਪਣੇ ਕੀਵਰਡਸ ਲੱਭ ਕੇ ਉਸਨੂੰ ਸੋਲਵ ਕਰੋ। ਥੈਂਕ ਯੂ।